सत श्री अकाल। मैं हाँ रमेश हांडा ते तुसीं वेख रहे हो जगबानी टीवी। समा हो गया है हुण तक दीआं वड्डियां खबरां दा। सब तो पहलां सारे दिन दीआं खास खबरां ते पांदे एक नज़र। वध रही महंगाई नूं लैके ट्राई सिटी दे किसानां ने कीता प्रदर्शन, हॉर्न बजा के ते सिलेंडर नूं फांसी ला के कीता मुਜ਼ਾहरा। सलमान खान ते उन्हां दी भैन नूं पुलिस ने भेजा सम्मन, मनी माजरा दे एक व्यापारी ने कीती है शिकायत। ते सेना दे विच भर्ती दे नाम ते हो रही सी वड्डी ठगी, पुलिस ने 4 लोकां नूं कीता गिरफ्तार, वर्दियां ते सर्टिफिकेट कीते बरामद। समूह किसान मोर्चे दे कहण ते किसानां ने महंगाई नूं लैके जोरदार प्रदर्शन किया। सैक्टर 21 विखे पेट्रोल पंप दे विच किसान इकट्ठे होए ते खाली सिलेंडर लैके उन्हां नूं वजा के मोदी सरकार के खिलाफ जम के नारेबाजी भी की। इन्हां लोकां दा कहना सी कि पेट्रोल डीजल ते गैस के वधे दाम उन्हां दे रोज़मर्रा के बजट नूं खराब कर रहे हैं। इस मुजाहरे दे विच महिलावां भी काफ़ी संख्या च शामिल सी। संयुक्त किसान मोर्चे ने पहला ही ऐलान किया सी कि वह वधी हुई महंगाई ते सड़कों ते प्रदर्शन करने लई उतरनगे, जिस दे लई चंडीगढ़ दे पिंड दे लोग भी समर्थन दे विच उतरे, जिस विच रायपुर खुर्द, रायपुर कलां ते बखड़ माजरा दे पिंडां दे लोकां ने वधी हुई महंगाई नूं लैके प्रदर्शन किया। इन्हां पिंडां दे लोकां दा कहना सी कि महंगाई ने आम लोकां दा जीना मुहाल कीता होया। पेट्रोल डीजल ਅਤੇ रसोई गैस ਦੀਆਂ ਕੀਮਤਾਂ ਜਿਸ ਤਰ੍ਹਾਂ ਦੇ ਨਾਲ ਦਿਨ ਪ੍ਰਤੀ ਦਿਨ ਵਧਦੀਆਂ ਜਾ ਰਹੀਆਂ ਨੇ, ਉਸ ਦੇ ਨਾਲ ਆਮ ਵਿਅਕਤੀ ਤੇ ਇਸ ਦਾ ਬੁਰਾ ਪ੍ਰਭਾਵ ਪੈ ਰਿਹਾ ਹੈ। ਉਤੇ ਇਸ ਮੌਕੇ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਮੋਦੀ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ। ਪ੍ਰਦਰਸ਼ਨਕਾਰੀਆਂ ਨੇ ਇਸ ਮਹਿੰਗਾਈ ਨੂੰ ਲੈ ਕੇ ਸਰਕਾਰ ਨੂੰ ਪੂਰਨ ਤੌਰ ਤੇ ਜ਼ਿੰਮੇਵਾਰ ਠਹਿਰਾਇਆ ਤੇ ਕਿਹਾ ਕਿ ਮੋਦੀ ਸਰਕਾਰ ਨੇ ਪਹਿਲਾਂ ਕਿਸਾਨਾਂ ਨੂੰ ਸੜਕਾਂ ਤੇ ਉਤਰਨ ਦੇ ਲਈ ਮਜਬੂਰ ਕੀਤਾ ਤੇ ਹੁਣ ਆਮ ਲੋਕਾਂ ਨੂੰ ਸੜਕਾਂ ਤੇ ਉਤਾਰ ਦਿੱਤਾ। ਇਸ ਪ੍ਰਦਰਸ਼ਨ ਵਿੱਚ ਨਾ ਸਿਰਫ ਨੌਜਵਾਨ ਬਲਕਿ ਬਜ਼ੁਰਗ ਵੀ ਸ਼ਾਮਿਲ ਹੋਏ, ਜਿਨ੍ਹਾਂ ਦਾ ਕਹਿਣਾ ਸੀ ਕਿ ਇਹ ਲੋਕਾਂ ਦੀ ਸਰਕਾਰ ਨਹੀਂ ਬਲਕਿ ਕਾਰਪੋਰੇਟਾਂ ਦੀ ਸਰਕਾਰ ਹੈ ਤੇ ਇਹ ਸਰਕਾਰ ਉਹਨਾਂ ਦੀਆਂ ਹਿਦਾਇਤਾਂ ਤੇ ਹੀ ਚੱਲ ਰਹੀ ਹੈ। हाँ जी, हमें सब पता है कि ये मोर्चा किसानों के लिए लग्या जा रहा है तो महंगाई करके, क्योंकि मोदी ने पेट्रोल बहुत ज़्यादा महंगा करता है। पहला 80-90 तो पूरा 100 भी टप चुकिया होना, तो इन्हें होर भी चीज़ा काफ़ी जो खाने पीने की चीज़ा वो भी महंगियां करतियां, तो इन्हें किसानों के जो बिल लाए सी वो भी हले तक रद्द नहीं करिया, वो भी अपना संघर्ष जारी कर रहे हैं किसान भी। तो मैं ये कहना चाहूँगी कि उन्होंने भी अपना संघर्ष जारी रहना चाहिए, क्योंकि मोदी ऐदा नहीं सुधरेगा। जे असी उहदे करके ऐदा प्रदर्शन करूँगे, हर थां करूँगे, तो ही उन्हें किसी दिन सुधरना तो किसी दिन उन्हें वो बिल रद्द करने ही करने हैं। ऐदा असी जे चुपचाप बैठ लांगे तो उन्हें कदे बिल रद्द नहीं करना। देखो जी, किसान तो देखो ਇਹ ਸੰਯੁਕਤ ਕਿਸਾਨ ਮੋਰਚੇ ਦੀ ਅੱਜ ਕਾਲ ਸੀ, ਜਿਹੜਾ ਡੀਜ਼ਲ, ਪੈਟਰੋਲ, ਰਸੋਈ ਗੈਸ ਇੰਨਾ ਮਹਿੰਗਾ ਕਰ ਦਿੱਤਾ ਕਿ ਅੱਜ ਸਾਰੇ ਅਸੀਂ ਸੜਕਾਂ ਤੇ ਤਾਂ ਉਤਰੇ ਹਾਂ। ਅੱਜ ਉਹਨਾਂ ਦੀ ਕਾਲ ਤੇ ਸਾਡੀ ਪੇਂਡੂ ਸੰਘਰਸ਼ ਕਮੇਟੀ ਚੰਡੀਗੜ੍ਹ ਦੇ ਪਿੰਡਾਂ ਦੀ ਕਮੇਟੀ ਹੈ। ਅਸੀਂ 5 ਪਿੰਡ ਇੱਥੇ ਤੋਂ ਇਕੱਠੇ ਹੋ ਕੇ ਰਾਏਪੁਰ ਕਲਾਂ, ਰਾਏਪੁਰ ਖੁਰਦ, ਮੱਖਣ ਮਾਜਰਾ, ਉਹ ਸਾਰਾ ਬਹਿਲਾਣਾ, ਉਹ ਸਾਰੇ ਇਕੱਠੇ ਹੋ ਕੇ ਅਸੀਂ ਅੱਜ ਇੱਥੇ ਪ੍ਰਦਰਸ਼ਨ ਕਰਕੇ ਸਰਕਾਰ ਦੀਆਂ ਅਸੀਂ ਕੰਨ ਖੋਲ੍ਹਣੇ ਚਾਹੁੰਦੇ ਹਾਂ ਵੀ ਇਹ ਮਹਿੰਗਾਈ ਦੀ ਮਾਰ ਨੂੰ ਹਰ ਬੰਦਾ ਜਾਣ ਗਿਆ ਹੈ। ਅਸੀਂ ਹੁਣ ਸੜਕਾਂ ਤੇ ਉਤਰੇ ਹੋਏ ਹਾਂ। ਕੰਨ ਤਾਂ ਖੋਲ੍ਹਣੇ ਚਾਹੀਦੇ ਸੀਗੇ, ਮੋਦੀ ਤਾਂ ਜਦੇ ਖੁੱਲ੍ਹ ਜਾਂਦੇ ਅੱਜ ਤੋਂ 7 ਮਹੀਨੇ ਪਹਿਲਾਂ। ਮੋਦੀ ਤਾਂ ਖੁੱਲ੍ਹੇ ਨਹੀਂ, ਹੁਣ ਕੀ ਖੁੱਲਣਗੇ? ਮੋਦੀ ਨੂੰ ਇਹ ਹੈ ਨਾ ਕਿ 24 ਤੱਕ ਮੇਰੀ ਸਰਕਾਰ ਹੈ, ਜਦ ਤੱਕ ਅਸੀਂ ਆਰਾਮ ਨਾਲ ਬੈਠੇ ਹਾਂ ਤਾਂ ਉਸ ਤੋਂ ਬਾਅਦ ਹੀ ਜੋ ਹੋਣਾ। ਪਰ ਕਿਸਾਨ ਵੀ ਉਸ ਟਾਈਮ ਤੱਕ ਡਟਾ ਬੈਠੇ ਅਤੇ ਦੇਖੋ ਤੁਸੀਂ 8 ਮਹੀਨੇ ਹੋਣ ਨੂੰ ਹੋ ਗਏ, ਉਸ ਤੋਂ ਪਹਿਲਾਂ ਕਿੰਨੀਆਂ ਮੀਟਿੰਗ ਹੋਈਆਂ, ਉਸ ਤੋਂ ਬਾਅਦ ਡੈਡਲੌਕ ਬਣਿਆ ਹੋਇਆ, ਇਹ ਟੁੱਟਣ ਦਾ ਨਾਮ ਨਹੀਂ ਲੈ ਰਿਹਾ। ਇਹ ਪਹਿਲੀ ਸਰਕਾਰ ਹੈ ਸ਼ਾਇਦ ਹਿੰਦੁਸਤਾਨ ਦੇ ਦੇਸ਼ ਦੀ ਬਦਕਿਸਮਤੀ ਹੈ ਕਿ ਇੰਨਾ ਅਨਫਿਟ ਪ੍ਰਧਾਨ ਮੰਤਰੀ ਤੇ ਇੰਨੀ ਅਨਫਿਟ ਸਰਕਾਰ ਜਿਹੜੀ ਪੂਰਨ ਦੇ ਤੌਰ ਤੇ ਲੋਕਾਂ ਨਾਲ ਜਿਸ ਦਾ ਕੋਈ ਸੰਬੰਧ ਨਾ ਹੋਵੇ, ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਲੋਕਾਂ ਦੀ ਸਰਕਾਰ ਨਹੀਂ ਹੈ,
ਇਹ ਕਾਰਪੋਰੇਟ ਘਰਾਣੇ ਹੈ, ਇਹ ਬਹੁ ਕੌਮੀ ਕੰਪਨੀਆਂ ਹੈ, ਇਹ ਉਹ ਜਿਹੜੀ ਕੌਮਾਂਤਰੀ ਮੁਦਰਾ ਕੋਸ਼ ਹੈ, ਵਰਲਡ ਬੈਂਕ ਹੈ, ਉਹਦੀਆਂ ਹਦਾਇਤਾਂ ਦੇ ਅਨੁਸਾਰ ਇਹ ਚੱਲ ਰਹੇ ਆ। ਇਹਨਾਂ ਦੀਆਂ ਜਿਨ੍ਹਾਂ ਦੀਆਂ ਹਦਾਇਤਾਂ ਇਹ ਹੈ ਕਿ ਤੁਸੀਂ ਦੇਸ਼ ਦੇ ਵਿੱਚ ਕਿਸੇ ਨੂੰ ਸਬਸਿਡੀ ਕਿਉਂ ਦਿਓ, ਤੁਸੀਂ ਸਮਰਥਨ ਮੁੱਲ ਕਿਉਂ ਦਿਓ, ਤੇ ਤੁਹਾਨੂੰ ਕੀ ਲੋੜ ਹੈ ਕਿ ਮੰਡੀਕਰਨ ਬੋਰਡ ਹੋਵੇ, ਤੁਸੀਂ ਕਿਉਂ ਹਸਪਤਾਲਾਂ 'ਤੇ ਖਰਚੇ ਕਰਨ, ਜੇ ਲੋਕਾਂ ਨੇ ਇਲਾਜ ਕਰਵਾਉਣਾ ਹੈ ਤਾਂ ਉਹ ਆਪੇ ਲੋਕੀ ਜਾਣ, ਤੁਸੀਂ ਕਿਉਂ ਐਜੂਕੇਸ਼ਨ 'ਤੇ ਖਰਚੇ ਕਰੋ। ਜਿਹਨੇ ਆਪਣਾ ਬੱਚਾ ਪੜ੍ਹਾਉਣਾ ਆਪੇ ਭਾਵਾਂ ਕੌਨਵੈਂਟ ਸਕੂਲਾਂ 'ਚ ਪੜ੍ਹਾ ਲੇ, ਭਾਵਾਂ ਤੱਪੜਾਂ 'ਤੇ ਬੈਠ ਕੇ ਪੜ੍ਹਾਉਣਗੇ, ਤੁਸੀਂ ਇਹ ਖਰਚੇ ਕਰੋ। ਉਹਨਾਂ ਹਦਾਇਤਾਂ ਦੇ ਅਨੁਸਾਰ ਇਹ ਚੱਲ ਰਿਹਾ। ਇਸ ਵਾਸਤੇ ਪਹਿਲੀ ਸਰਕਾਰ ਹੈ ਜਿਸ ਨੂੰ ਅਸੀਂ ਕਹਿ ਸਕਦੇ ਹਾਂ ਕਿ ਹਿੰਦੁਸਤਾਨ 'ਚ ਸਭ ਤੋਂ ਮਾੜੀ ਸਰਕਾਰ ਲੋਕਾਂ ਲਈ ਮੋਦੀ ਦੀ ਆਈ ਹੈ। ਗੌਰਤਲਬ ਹੈ ਕਿ ਦੇਸ਼ ਵਿੱਚ ਲਗਾਤਾਰ ਵਧਦੀ ਮਹਿੰਗਾਈ ਨੂੰ ਲੈ ਕੇ ਕਿਸਾਨ ਪੂਰੇ ਦੇਸ਼ ਵਿੱਚ ਅੰਦੋਲਨ ਕਰ ਰਹੇ ਨੇ ਤਾਂ ਕਿ ਬੀਜੇਪੀ ਸਰਕਾਰ ਵਧਦੀ ਹੋਈ ਮਹਿੰਗਾਈ ਨੂੰ ਰੋਕ ਸਕੇ। ਜਗਬਾਣੀ ਟੀਵੀ ਦੇ ਲਈ ਚੰਡੀਗੜ੍ਹ ਤੋਂ ਭਗਵਤ ਸਿੰਘ ਦੀ ਰਿਪੋਰਟ। ਆਉਣ ਵਾਲੇ 11 ਦਿਨਾਂ ਤੱਕ ਕਾਂਗਰਸ ਵੀ ਮਹਿੰਗਾਈ ਨੂੰ ਲੈ ਕੇ ਚੰਡੀਗੜ੍ਹ ਦੇ ਵੱਖੋ-ਵੱਖ ਏਰੀਆ ਦੇ ਵਿੱਚ ਪ੍ਰਦਰਸ਼ਨ ਕਰੇਗੀ। ਇਸ ਦੀ ਜਾਣਕਾਰੀ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਸੁਭਾਸ਼ ਚਾਵਲਾ ਨੇ ਦਿੱਤੀ। ਉਹਨਾਂ ਨੇ ਕਿਹਾ ਕਿ ਮਹਿੰਗਾਈ ਤੋਂ ਬਾਅਦ ਹੁਣ ਆਮ ਲੋਕਾਂ ਦਾ ਬਜਟ ਹਿੱਲ ਗਿਆ ਹੈ, ਜਿਸ ਨੂੰ ਲੈ ਕੇ ਉਹ 17 ਜੁਲਾਈ ਤੱਕ ਰੋਜ਼ ਪ੍ਰਦਰਸ਼ਨ ਕਰਨਗੇ ਤੇ ਕੋਸ਼ਿਸ਼ ਕਰਨਗੇ ਤੇ ਉਹਨਾਂ ਦੀ ਆਵਾਜ਼ ਸਰਕਾਰ ਤੱਕ ਪੁੱਜੇ ਤੇ ਲੋਕਾਂ ਨੂੰ ਮਹਿੰਗਾਈ ਤੋਂ ਕੁਝ ਰਾਹਤ ਮਿਲ ਸਕੇ। ਆਉਣ ਵਾਲੇ 11 ਦਿਨਾਂ ਤੱਕ ਚੰਡੀਗੜ੍ਹ ਕਾਂਗਰਸ ਵੱਲੋਂ ਵੱਧਦੀ ਹੋਈ ਮਹਿੰਗਾਈ ਨੂੰ ਲੈ ਕੇ ਪੂਰੇ ਚੰਡੀਗੜ੍ਹ ਦੇ ਵਿੱਚ ਰੋਸ ਮੁਜ਼ਾਹਰਾ ਕੀਤਾ ਜਾਏਗਾ। ਕਾਂਗਰਸ ਪਾਰਟੀ ਇਹ ਰੋਸ ਮੁਜ਼ਾਹਰਾ ਚੰਡੀਗੜ੍ਹ ਵਿੱਚ ਬਲਾਕ ਪੱਧਰ ਤੋਂ ਲੈ ਕੇ ਹਰ ਪੱਧਰ ਤੇ ਲਗਾਵੇਗੀ ਤੇ ਪੈਟਰੋਲ ਡੀਜ਼ਲ ਦੀਆਂ ਵਧਦੀਆਂ ਹੋਈਆਂ ਕੀਮਤਾਂ ਦੇ ਕਾਰਨ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਸੁਭਾਸ਼ ਚਾਵਲਾ ਨੇ ਦੱਸਿਆ ਕਿ ਜਿਸ ਕਦਰ ਮਹਿੰਗਾਈ ਵੱਧਦੀ ਜਾ ਰਹੀ ਹੈ, ਇਸ ਨੂੰ ਲੈ ਕੇ ਕਾਂਗਰਸ ਪਾਰਟੀ ਪੂਰੇ ਦੇਸ਼ ਦੇ ਵਿੱਚ ਜਨ ਜਾਗਰਣ ਮੁਹਿੰਮ ਚਲਾਵੇਗੀ ਤੇ ਇਸ ਨੂੰ ਲੈ ਕੇ ਚੰਡੀਗੜ੍ਹ ਦੇ ਵਿੱਚ ਵੀ ਆਉਣ ਵਾਲੇ 11 ਦਿਨ ਜੋ 7 ਜੁਲਾਈ ਤੋਂ 17 ਜੁਲਾਈ ਤੱਕ ਹੋਣਗੇ, ਕਾਂਗਰਸ ਵੱਲੋਂ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਵਿੱਚ ਪੈਟਰੋਲ ਦੀਆਂ ਵਧੀਆਂ ਹੋਈਆਂ ਕੀਮਤਾਂ ਨੂੰ ਲੈ ਕੇ ਰੋਸ ਮੁਜ਼ਾਹਰਾ ਕੀਤਾ ਜਾਏਗਾ। ਪੈਟਰੋਲ ਡੀਜ਼ਲ ਦੀ ਲਗਾਤਾਰ ਵੱਧਦੀ ਹੋਈ ਕੀਮਤ ਨੇ ਆਮ ਆਦਮੀ ਦਾ ਜਿਉਣਾ ਮੁਸ਼ਕਲ ਕਰ ਦਿੱਤਾ ਹੈ। ਇਸ ਨੂੰ ਲੈ ਕੇ ਆਮ ਜਨਤਾ ਦੇ ਵਿੱਚ ਸਿਗਨੇਚਰ ਮੁਹਿੰਮ, ਮਸ਼ਾਲ ਜਲੂਸ ਅਤੇ ਹੋਰ ਸਮਾਗਮ ਕਰਵਾਏ ਜਾਣਗੇ, ਜਿਸ ਵਿੱਚ ਆਮ ਲੋਕਾਂ ਦੀ ਵੀ ਰਾਏ ਲਈ ਜਾਵੇਗੀ। हमारे सारे विंग पार्टी के महिला कांग्रेस, युवा कांग्रेस, NSY, सेवा दल, इंटर, चारों विंग अपने अपने एरिया हमने बांट दिए इनको। अपने अपने एरिया में जाके वो इस प्रदर्शन करेंगे। जैसे जैसे वो हमारे पास उनकी रिपोर्ट आती जाएगी, हम मीडिया के साथ शेयर करते हैं। एक सिग्नेचर कैंपेन की आपने बात की, वो सिग्नेचर कैंपेन कैसा रहेगा? सिग्नेचर कैंपेन ये है कि हम इस कैंपेन को पार्टी के साथ लोगों को जोड़ना चाहते हैं और देखना चाहते हैं कि लोगों की भावनाएं इसके बारे में क्या है। उसमें हमने ये तय किया है कि सबसे ज़्यादा जो मार पड़ रही है वो पेट्रोल और डीजल की वजह से हो रही है। तो हम पेट्रोल पंपों के ऊपर हमारे कार्यकर्ता जाएंगे, लोगों से जाके मिलेंगे, सरकार की नीतियों के बारे में उनको बताएंगे और वहाँ से हम उनको सिग्नेचर के लिए कहेंगे कि आप इस पर अपने कमेंट्स दे दें कि मौजूदा सरकार की इस कमर तोड़ महंगाई के लिए आप कितना जिम्मेवार समझते हैं। वो सिग्नेचर कैंपेन हमारी। ਉੱਥੇ ਹੀ ਸੁਭਾਸ਼ ਚਾਵਲਾ ਨੇ ਇਹ ਵੀ ਕਿਹਾ ਕਿ ਆਉਣ ਵਾਲੇ 6 ਮਹੀਨਿਆਂ ਦੇ ਵਿੱਚ ਨਗਰ ਨਿਗਮ ਦੀਆਂ ਚੋਣਾਂ ਹੋਣੀਆਂ ਨੇ। ਜੇ ਕਾਂਗਰਸ ਪਾਰਟੀ ਸੱਤਾ ਵਿੱਚ ਆਵੇਗੀ ਤਾਂ ਭਾਜਪਾ ਦੇ ਸ਼ਾਸਨ ਕਾਲ ਵਿੱਚ ਹੋਏ ਭ੍ਰਸ਼ਟਾਚਾਰ ਨੂੰ ਉਜਾਗਰ ਕੀਤਾ ਜਾਵੇਗਾ, ਚਾਹੇ ਉਹ ਕੰਪਨੀਆਂ ਨੂੰ ਠੇਕੇ ਦਿੱਤੇ ਜਾਣ ਵਿੱਚ ਹੋਇਆ ਹੋਵੇ, ਚਾਹੇ ਕਜੌਲੀ ਵਾਟਰ ਵਰਕਸ ਵਿੱਚ ਚੰਡੀਗੜ੍ਹ 'ਚ ਪਾਣੀ ਲਿਆਉਣ ਲਈ 300 ਕਰੋੜ ਰੁਪਏ ਦਾ ਖਰਚਾ ਹੋਇਆ ਹੋਵੇ। ਇਹਨਾਂ ਦੋਵਾਂ ਮਾਮਲਿਆਂ ਦੀ ਜਾਂਚ ਕਰਵਾਉਣ ਦੀ ਗੱਲ ਸੁਭਾਸ਼ ਚਾਵਲਾ ਨੇ ਕਹੀ। एक मौका ढूंढा जा रहा है, दो चीज़ें पे बहुत जल्दी कर रहे हैं। एक तो गार्बेज प्रोसेसिंग प्लांट है, उस पर धड़ाधड़ टूर बना रहे हैं। और मैं ये पूछना चाहता हूँ मेयर साहब से कि आप जो शहर चुने हैं ये बता दीजिए, क्या इसमें 2-2 बार पहले टूर नहीं हो चुके? कौन सा नया प्लांट दिखाना चाहते हैं? सिर्फ जल्दबाजी इस बात की है कि इस टर्म ख़त्म होने से पहले किसी कंपनी की फेवर कर जाएँ और उससे अपना माल मत्ता बना लें। और यही जो कारण दूसरा है जो 1 से 30 सेक्टर वाला है, पहले हमने विरोध किया था कि इस कंपनी के टेंडर की टर्म ना बढ़ी जाए। अब इन्होंने एक चोर रास्ता निकाल लिया है कि नए सेक्टर जोड़ के देंगे उसी कंपनी को, क्योंकि उनसे इनका लेन देन की बातचीत हो चुकी है। तो बजाय हम ये कहते हैं कि महंगाई में कम से कम जनता को इन मामलों में तो और महंगाई न बढ़ाएं। और जिस दिन हम आगे अगर नगर निगम में हमारा मेयर आता है, मैं आपसे दोबारा बात बड़ी क्लियर करना चाहता हूँ। पहला वादा हमारा ये है कि जिस दिन हम आएंगे पानी के रेट उसी रेट पे हम करेंगे, नहीं बढ़ाएंगे। और दूसरा वादा ये रहा हमारा
कि जिस दिन हम आएंगे पहली जांच करवाएंगे हम कि सफाई का ठेका जो लॉयल्स कंपनी को दिया उसमें कितनी हेराफेरी की गई है। उसकी जांच करवाएंगे कि जो कजौली वाटर वर्क से पाइपलाइन आई है, जो 192 करोड़ रुपए का ठेका था उस टाइम पास हुआ था, आज उस पर 300 करोड़ रुपया क्यों खर्च हुआ और अभी तक पानी लोगों को नहीं मिल रहा। आज शहर में गंदा पानी मिल रहा है, महंगा पानी मिल रहा है, प्रॉपर सप्लाई नहीं मिल रही। तो ये कहीं ना कहीं इसमें बिल्कुल अब 6 महीने में एक मुझे लगता है कि प्रेजेंट ये जो बीजेपी वाले इन्होंने एक नीति बना ली है कि 6 महीने में जितना इसको लूट सकते हैं हम लूट लें। पता नहीं हम दोबारा चुन के आना है या नहीं आना। ਜਗਬਾਣੀ ਟੀਵੀ ਲਈ ਚੰਡੀਗੜ੍ਹ ਤੋਂ ਭਗਵਤ ਸਿੰਘ ਦੀ ਰਿਪੋਰਟ। ਮਣੀਮਾਜਰਾ ਪੁਲਿਸ ਥਾਣੇ ਦੇ ਵਿੱਚ ਇੱਕ ਵਪਾਰੀ ਨੇ ਸਲਮਾਨ ਖਾਨ, ਉਹਨਾਂ ਦੀ ਭੈਣ ਅਲਵੀਰਾ ਤੇ ਹੋਰ ਉਹਨਾਂ ਦੀ ਹਿਊਮਨ ਬੀਇੰਗ ਕੰਪਨੀ ਦੇ ਸੰਚਾਲਕਾਂ ਦੇ ਖਿਲਾਫ ਸ਼ਿਕਾਇਤ ਦਰਜ ਕਰਾਈ ਹੈ। ਪੁਲਿਸ ਨੇ ਸ਼ਿਕਾਇਤ ਤੋਂ ਬਾਅਦ ਸਲਮਾਨ ਖਾਨ, ਉਹਨਾਂ ਦੀ ਭੈਣ ਤੇ ਹੋਰ ਲੋਕਾਂ ਨੂੰ ਸਮਨ ਭੇਜ ਕੇ ਪੁੱਛਗਿੱਛ ਲਈ ਬੁਲਾਇਆ ਹੈ। ਇਸ ਵਪਾਰੀ ਦਾ ਇਹ ਆਰੋਪ ਹੈ ਕਿ ਸਲਮਾਨ ਖਾਨ ਦੇ ਕਹਿਣ ਤੇ ਉਹਨਾਂ ਨੇ ਉਹਨਾਂ ਦੀ ਬੀਇੰਗ ਹਿਊਮਨ ਕੰਪਨੀ ਦੇ ਨਾਮ ਤੇ ਇੱਕ ਸ਼ੋਰੂਮ ਖੋਲ੍ਹਿਆ ਸੀ, ਜਿਸ ਦੀ ਫਿਟਿੰਗ ਦੇ ਵਿੱਚ 1 ਕਰੋੜ ਤੇ ਸਮਾਨ ਦੇ ਵਿੱਚ 2 ਕਰੋੜ ਰੁਪਏ ਉਹਨਾਂ ਨੇ ਖਰਚ ਕੀਤਾ ਸੀ। ਅਚਾਨਕ ਕੰਪਨੀ ਨੇ ਉਹਨਾਂ ਨੂੰ ਸਮਾਨ ਭੇਜਣਾ ਬੰਦ ਕਰ ਦਿੱਤਾ, ਜਿਸ ਤੋਂ ਬਾਅਦ ਉਹਨਾਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਉਹਨਾਂ ਕਿਹਾ ਕਿ ਸਲਮਾਨ ਖਾਨ ਨੇ ਖੁਦ ਉਹਨਾਂ ਨੂੰ ਬੁਲਾ ਕੇ ਸ਼ਾਬਾਸ਼ੀ ਵੀ ਦਿੱਤੀ ਸੀ ਤੇ ਉਹਨਾਂ ਨੂੰ ਕਿਹਾ ਸੀਗਾ ਕਿ ਉਹ ਬਹੁਤ ਵਧੀਆ ਕੰਮ ਕਰ ਰਹੇ ਨੇ ਤੇ ਉਹਨਾਂ ਦਾ ਕੰਮ ਹੋਰ ਅੱਗੇ ਵਧਾਇਆ ਜਾਏਗਾ, ਲੇਕਿਨ ਹੁਣ ਸਮਾਨ ਨਾ ਆਉਣ ਕਰਕੇ ਉਹਨਾਂ ਦਾ ਕੰਮ ਠੱਪ ਹੋ ਗਿਆ ਹੈ। ਚੰਡੀਗੜ੍ਹ ਵਿੱਚ ਅਭਿਨੇਤਾ ਸਲਮਾਨ ਖਾਨ, ਉਹਨਾਂ ਦੀ ਭੈਣ ਅਲਵੀਰਾ ਤੇ ਉਹਨਾਂ ਦੀ ਕੰਪਨੀ ਬੀਇੰਗ ਹਿਊਮਨ ਦੇ ਕਈ ਅਧਿਕਾਰੀਆਂ ਦੇ ਖਿਲਾਫ ਸ਼ਿਕਾਇਤ ਦਰਜ ਕੀਤੀ ਗਈ ਹੈ। ਇਹ ਸ਼ਿਕਾਇਤ ਚੰਡੀਗੜ੍ਹ ਦੇ ਮਨੀਮਾਜਰਾ ਦੇ ਰਹਿਣ ਵਾਲੇ ਇੱਕ ਵਪਾਰੀ ਨੇ ਦਰਜ ਕਰਵਾਈ ਹੈ। ਵਪਾਰੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਬੀਇੰਗ ਹਿਊਮਨ ਕੰਪਨੀ ਦਾ ਸ਼ੋਰੂਮ ਖੋਲ੍ਹਿਆ ਸੀ, ਜਿਸ ਤੇ ਕਈ ਕਰੋੜ ਰੁਪਏ ਖਰਚ ਕੀਤੇ ਗਏ ਸਨ, ਪਰ ਹੁਣ ਕੰਪਨੀ ਉਹਨਾਂ ਨੂੰ ਦਿੱਲੀ ਤੋਂ ਸਮਾਨ ਨਹੀਂ ਭੇਜ ਰਹੀ ਹੈ ਤੇ ਇਸ ਤੋਂ ਇਲਾਵਾ ਕੰਪਨੀ ਦੀ ਵੈਬਸਾਈਟ ਵੀ ਬੰਦ ਆ ਰਹੀ ਹੈ। ਸ਼ਿਕਾਇਤਕਰਤਾ ਵਪਾਰੀ ਅਰੁਣ ਗੁਪਤਾ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਸਲਮਾਨ ਖਾਨ ਦੀ ਕੰਪਨੀ ਬੀਇੰਗ ਹਿਊਮਨ ਦੇ ਨਾਮ ਤੇ ਉਹਨਾਂ ਦੇ ਨਾਲ ਕਰੋੜਾਂ ਰੁਪਏ ਦੀ ਠੱਗੀ ਕੀਤੀ ਗਈ ਹੈ। ਵਪਾਰੀ ਦਾ ਆਰੋਪ ਹੈ ਕਿ ਮਨੀਮਾਜਰਾ ਵਿੱਚ ਸ਼ੋਰੂਮ ਖੋਲ੍ਹਣ ਦੇ ਲਈ ਸਲਮਾਨ ਖਾਨ ਨੇ ਖੁਦ ਉਹਨਾਂ ਨੂੰ ਕਿਹਾ ਸੀ, ਜਿਸ ਤੋਂ ਬਾਅਦ ਉਹਨਾਂ ਨੇ ਬੀਇੰਗ ਹਿਊਮਨ ਕੰਪਨੀ ਦੇ ਤਹਿਤ ਜੁਐਲਰੀ ਦਾ ਸ਼ੋਰੂਮ ਖੋਲ੍ਹਿਆ। ਸ਼ੋਰੂਮ ਨੂੰ ਬਣਾਉਣ ਦੇ ਕਰੀਬ 1 ਕਰੋੜ ਰੁਪਏ ਅਤੇ ਸਮਾਨ ਆਦਿ ਦੇ ਕਰੀਬ 2 ਕਰੋੜ ਰੁਪਏ ਮਿਲਾ ਕੇ ਕੁੱਲ 3 ਕਰੋੜ ਰੁਪਏ ਖਰਚ ਹੋਏ ਨੇ, ਪਰ ਪਿਛਲੇ 1 ਸਾਲ ਤੋਂ ਉਹਨਾਂ ਨੂੰ ਸਮਾਨ ਨਹੀਂ ਦਿੱਤਾ ਜਾ ਰਿਹਾ, ਜਿਸ ਦੇ ਚੱਲਦੇ ਉਹਨਾਂ ਨੂੰ ਨੁਕਸਾਨ ਝੱਲਣਾ ਪੈ ਰਿਹਾ ਹੈ। ਵਪਾਰੀ ਨੇ ਦੱਸਿਆ ਕਿ ਸਲਮਾਨ ਖਾਨ ਨੇ ਉਹਨਾਂ ਨੂੰ ਬਿਗ ਬੌਸ ਦੇ ਸੈੱਟ ਤੇ ਵੀ ਬੁਲਾਇਆ ਸੀ ਤੇ ਸ਼ੋਰੂਮ ਖੋਲ੍ਹਣ ਤੇ ਖੁਸ਼ੀ ਜ਼ਾਹਿਰ ਕੀਤੀ ਸੀ। ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਉਹ ਸ਼ੋਰੂਮ ਦੇ ਉਦਘਾਟਨ ਤੇ ਵੀ ਆਉਣਗੇ, ਪਰ ਬਾਅਦ ਦੇ ਵਿੱਚ ਉਹ नहीं आए। मामला ये है जी, ये शोरूम जो है 3 नवंबर 2018 में हमने फ्रेंचाइजी ली थी, तो हमारे का साथ बहुत बड़ा फ्रॉड हुआ है। डेढ़ साल हो गया, कंपनी के ऑफिस वगैरह सब बंद पड़े हैं, ठीक है जी। तो मैंने जो भी है इन्वेस्टमेंट वगैरह करी थी और मैंने लोन पे लेके सारा ये 2 करोड़ रुपए इस पे लगाए थे। हर महीने मैं लॉसेस पे कर रहा हूँ, जो भी रेंट भी दे रहा हूँ, सैलरीज भी दे रहा हूँ और अपने ओवरहेड्स खर्चे बिजली पानी वगैरह के सारे दे रहा हूँ। तो कंपनी की तरफ से मेरे को कोई सपोर्ट नहीं मिली आज तक, और बस मैं हार्ट पेशेंट हूँ और मैं वैसे भी डिप्रेशन में चल रहा हूँ 2 साल से, ठीक है। तो बस मैं कैसे चला रहा हूँ मुझे पता है। पुलिस ने आपने शिकायत दर्ज किया, क्या कुछ कहा है शिकायत के अंदर? पुलिस में हमने शिकायत दर्ज करी है। अभी मेरे को अप्रैल में मैंने उनको शिकायत दी थी, तो मेरे को कोई वहाँ से कोई फ़ोन नहीं आया, तो मैंने फिर दोबारा रिमाइंडर दिया 1.5-2 महीने बाद। तो मेरे को एसपी साहब ने बुलाया था, तो उन्होंने कहा अपने सारे जो डॉक्यूमेंट्स हैं आप हमारे को दे दो, तो हम देखते हैं। तो उनको मैं डॉक्यूमेंट दे आया था। तो उन्होंने आगे अभी सलमान खान, अलवीरा खान और सीईओ जो बीइंग ह्यूमन की है संध्या मैडम और स्टाइल क्वेश्चन के जितने भी बंदे हैं उनको सबको सम्मन किए हैं सोमवार को। तो वो मैं कल एसपी साहब से मिल के आया था, वो मेरे को कह रहे थे कि हाँ भाई हम अब एक्शन हमारा कार्रवाई चालू हो गई है, तो जल्दी से जल्दी हम इसकी भरपाई कराएंगे। ਉੱਥੇ ਹੀ ਚੰਡੀਗੜ੍ਹ ਪੁਲਿਸ ਦੇ ਮੁਤਾਬਿਕ ਵਪਾਰੀ ਅਰੁਣ ਗੁਪਤਾ ਦੀ ਸ਼ਿਕਾਇਤ ਤੇ ਸਲਮਾਨ ਖਾਨ ਅਤੇ ਹੋਰ ਲੋਕਾਂ ਦੇ ਖਿਲਾਫ ਸ਼ਿਕਾਇਤ ਦਰਜ ਕੀਤੀ ਗਈ ਹੈ ਤੇ ਉਹਨਾਂ ਨੂੰ ਜਵਾਬ ਦੇ ਲਈ 10 ਦਿਨ ਦਾ ਸਮਾਂ ਦਿੱਤਾ ਗਿਆ। हमारे पास एक मनी माजरा के व्यापारी हैं अरुण गुप्ता, उन्होंने कंप्लेंट दी थी कि उन्होंने शोरूम खोला बीइंग ह्यूमन ज्वेलरी का, जो बीइंग ह्यूमन जिसकी सलमान खान का ब्रांड है।
तो जो भी पहले उन्होंने एग्रीमेंट में कमिटमेंट्स करी थी पूरी नहीं हुई हैं। कुछ इन्होंने 2 करोड़ के अराउंड लागत लगाई थी शोरूम वगैरह बनाने में, बाद में सामान वगैरह की डिलीवरी नहीं हुई है। तो फैक्ट्स को वेरीफाई करने के लिए हमने जो भी इसमें एलिस्ड हैं उन सबको 13 जुलाई के लिए समन दिया है। उसमें सलमान खान का भी नाम है। वो कह रहे हैं कि सलमान खान को खुद आना था, बट वो किसी और जगह बिजी होने की वजह से खुद नहीं आ पाए, तो उन्होंने अपनी जगह किसी और को भेज दिया। बट उनकी कंप्लेंट तो फाइनेंशियल लॉस को लेके है, जो भी उनको घाटा हुआ। अभी तो ये सिर्फ एक कंप्लेंट है, फैक्ट्स वेरीफाई करने के लिए इंक्वायरी कर रहे हैं कि अगर इसमें कुछ क्रिमिनल होता है तो उसमें केस दर्ज होगा। तो अगर वो नहीं आते, नहीं रिप्लाई देते, तो आगे वैसे ही कार्रवाई करी जाएगी। ਬਹਿਰਾਲ ਮਾਮਲੇ ਵਿੱਚ 13 ਜੁਲਾਈ ਦਾ ਸਮਨ ਪੁਲਿਸ ਦੇ ਵੱਲੋਂ ਦਿੱਤਾ ਗਿਆ ਤੇ ਦੇਖਣਾ ਹੋਵੇਗਾ ਕਿ ਜਾਂਚ ਤੋਂ ਬਾਅਦ ਮਾਮਲੇ ਵਿੱਚ ਪੁਲਿਸ ਕੀ ਕਾਰਵਾਈ ਕਰਦੀ ਹੈ। ਜਗਬਾਣੀ ਟੀਵੀ ਦੇ ਲਈ ਚੰਡੀਗੜ੍ਹ ਤੋਂ ਕੁਲਦੀਪ ਕੁਮਾਰ ਦੀ ਰਿਪੋਰਟ। ਪੰਜਾਬ ਪੁਲਿਸ ਨੇ ਫੌਜ ਵਿੱਚ ਭਰਤੀ ਦੇ ਨਾਮ ਤੋਂ ਯੁਵਾਵਾਂ ਨੂੰ ਠੱਗਣ ਵਾਲੇ 4 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਨ੍ਹਾਂ ਦੇ ਕੋਲੋਂ ਨਕਲੀ ਵਰਦੀਆਂ, ਸਟੈਂਪ ਪੈਡ ਤੇ ਹੋਰ ਕਈ ਦਸਤਾਵੇਜ਼ ਵੀ ਬਰਾਮਦ ਕੀਤੇ ਨੇ। ਗ੍ਰਿਫਤਾਰ ਹੋਏ ਲੋਕਾਂ ਦੇ ਵਿੱਚ ਸਿਰਸਾ ਦਾ सचिन, चंद्रशेखर, सुनील ਅਤੇ ਪ੍ਰੇਮ ਸ਼ਾਮਲ ਹੈ। ਇਹਨਾਂ 4 ਨੂੰ ਪੁਲਿਸ ਨੇ ਗ੍ਰਿਫਤਾਰ ਕਰ ਰਿਮਾਂਡ 'ਚ ਲੈ ਲਿਆ ਤੇ ਇਹਨਾਂ ਤੋਂ ਪੁੱਛਗਿੱਛ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਲੋਕੀ ਨੌਜਵਾਨਾਂ ਨੂੰ ਲਾਲਚ ਦੇ ਕੇ ਬੁਲਾਉਂਦੇ ਸੀ ਤੇ ਭਰਤੀ ਦੇ ਨਾਮ ਤੋਂ ਉਹਨਾਂ ਤੋਂ ਲੱਖਾਂ ਰੁਪਇਆ ਵਸੂਲ ਕਰਦੇ ਸੀ। ਪੁਲਿਸ ਇਹ ਪਤਾ ਲਗਾ ਰਹੀ ਹੈ ਕਿ ਇਹਨਾਂ ਦੇ ਨਾਲ ਹੋਰ ਕਿਹੜੇ-ਕਿਹੜੇ ਲੋਕੀ ਜੁੜੇ ਹੋਏ ਨੇ। ਪੂਰਾ ਉੱਤਰ ਭਾਰਤ ਗਰਮੀ ਦੇ ਨਾਲ ਬੇਹਾਲ ਹੈ। ਚੰਡੀਗੜ੍ਹ ਤੇ ਹੋਰ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਵੀ ਬਿਜੋੜ ਗਰਮੀ ਪੈ ਰਹੀ ਹੈ, ਜਿਸ ਤੋਂ ਬਾਅਦ ਲੋਕਾਂ ਦੀ ਸਿਹਤ ਤੇ ਵੀ ਅਸਰ ਪੈ ਰਿਹਾ ਹੈ। ਲੋਕੀ ਆਪਣੀ ਸਿਹਤ ਨੂੰ ਕਿਸ ਤਰ੍ਹਾਂ ਬਰਕਰਾਰ ਰੱਖ ਸਕਦੇ ਨੇ, ਡਾਈਟ ਕੀ ਲੈਣ ਤੇ ਕਿਸ ਤਰ੍ਹਾਂ ਗਰਮੀ ਤੋਂ ਬਚਣ, ਇਸ ਦੇ ਲਈ ਅਸੀਂ ਗੱਲਬਾਤ ਕੀਤੀ ਪੀਜੀਆਈ ਦੀ ਡਾਈਟੀਸ਼ੀਅਨ ਸੁਨੀਤਾ ਮਲਹੋਤਰਾ ਨਾਲ। ਕੀ ਕਿਹਾ ਉਹਨਾਂ ਨੇ, ਆਓ ਤੁਹਾਨੂੰ ਵੀ ਸੁਣਾਉਂਦੇ ਹਾਂ। ਅੱਗ ਬਰਸਾਉਂਦੀ ਗਰਮੀ ਨੇ ਇਸ ਵਾਰ ਸਾਰੇ ਰਿਕਾਰਡ ਤੋੜ ਦਿੱਤੇ ਹਨ। ਅੱਤ ਦੀ ਪੈ ਰਹੀ ਗਰਮੀ ਨੇ ਲੋਕਾਂ ਦਾ ਜੂਣਾ ਦੂਬਰ ਕਰ ਦਿੱਤਾ ਹੈ। ਸੂਰਜ ਦੀ ਤਪਿਸ਼ ਕਾਰਨ ਪੂਰਾ ਉੱਤਰ ਭਾਰਤ ਝੁਲਸ ਰਿਹਾ ਹੈ। ਕਈ ਸ਼ਹਿਰਾਂ 'ਚ ਤਾਂ ਤਾਪਮਾਨ 45 ਡਿਗਰੀ ਪਾਰ ਕਰ ਚੁੱਕਾ ਹੈ ਅਤੇ ਲੋਕੀ ਹਾਏ ਤੋਬਾ ਕਰ ਰਹੇ ਹਨ। ਵੱਧਦੀ ਗਰਮੀ ਅਤੇ ਚੜ੍ਹਦਾ ਪਾਰਾ ਲੋਕਾਂ ਦੀ ਜਾਨ ਲੈਣ ਤੇ ਆਮਾਦਾ ਹੈ। ਲੂ ਦੇ ਥਪੇੜਿਆਂ ਤੋਂ ਸਿਟੀ ਬਿਊਟੀਫੁਲ ਵੀ ਵਾਂਝਾ ਨਹੀਂ ਰਿਹਾ। ਕੀ ਦਿੱਲੀ, ਕੀ ਹਰਿਆਣਾ, ਕੀ ਪੰਜਾਬ, ਹਰ ਥਾਂ ਗਰਮੀ ਕਾਰਨ ਬੁਰਾ ਹਾਲ ਹੈ। ਗਰਮੀ ਨਾਲ ਸੜਕਾਂ ਅੱਗ ਦਾ ਗੋਲਾ ਬਣ ਗਈਆਂ ਹਨ। ਇਸ ਗਰਮੀ 'ਚ ਲੋਕਾਂ ਨੂੰ ਖਾਣ ਪੀਣ ਦੀ ਸਮੱਸਿਆ पेश आ रही है, जिस ਨੂੰ ਲੈ ਕੇ ਚੰਡੀਗੜ੍ਹ ਪੀਜੀਆਈ ਦੇ डाइटिशियन डॉक्टर सुनीता मल्होत्रा ने लोगों को कुछ सुझाव दिए। देखो, गर्मियाँ एक ऐसा मौसम है जिसमें टेम्परेचर हमारा 40 से ऊपर जाता है, तो ठंडा खाने को दिल करता है, ठंडी चीज़ें खाने को दिल करता है। वही जैसे सूप्स वगैरह हम लोग सर्दियों में इंजॉय करते हैं, गर्म हॉट फूड्स वो गर्मियों में हम बिल्कुल नहीं ले सकते। तो गर्मियों में एक तो अपने खाने में अपने आप को पर्याप्त मात्रा में हमें फ्लूइड इंटेक लेना चाहिए। जैसे कहते हैं कीप योरसेल्फ वेल हाइड्रेटेड, और पसीना आता है तो हमारी बॉडी से फ्लूइड लॉस होता है। दूसरा जो फ्लूइड्स में मैं कहूँगी कि नींबू पानी ले सकते हैं, शिकंजवी, लस्सी ले सकते हैं, एंड सत्तू का पानी है, कोकोनट वाटर है, जो भी ऐसी चीज़ें हैं। बट एरिएटेड ड्रिंक्स वगैरह, कोल्ड ड्रिंक्स अवॉइड करने चाहिए। एंड कोल्ड ड्रिंक्स जो मतलब हमारे बॉडी में फर्दर डिहाइड्रेट करते हैं हमें। एंड खाने में हम कहते हैं कि वैरायटी होनी चाहिए, आपके खाने में बैलेंस डाइट होना चाहिए, जिसमें जो भी सीजनल की सीजनल वेजिटेबल्स हैं उनका प्रयोग होना चाहिए। सैलड्स हम ले सकते हैं, सूप्स की जगह सैलड्स इंजॉय करते हैं। एंड जैसे अपने खाने में वो वाला भोजन हमें लेना चाहिए जिसमें सारे फूड ग्रुप्स आ जाए, जैसे कि अनाज में साबुत अनाज, दालें एंड सब्जियां, फ्रूट्स, एंड दूध वगैरह ले सकते हैं। बट कई बार दूध से किसी को प्रॉब्लम हो सकती है तो वो दही या लस्सी ले लें। गर्मी 'ਚ ਖਾਣ ਪਾਣ ਤੇ ਧਿਆਨ ਦੇਣਾ ਬੇहद ਜ਼ਰੂਰੀ ਹੈ ਅਤੇ ਇਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਕਿ ਭੋਜਨ ਕਿਸ ਤਰ੍ਹਾਂ ਦਾ ਖਾਧਾ ਜਾਏ ਤਾਂ ਜੋ ਗਰਮੀ ਤੋਂ ਕਾਫੀ ਹੱਦ ਤੱਕ ਬਚਿਆ ਜਾ ਸਕੇ, ਕਿਉਂਕਿ ਇਸ ਗਰਮੀ ਦੇ ਮੌਸਮ 'ਚ ਸਿਹਤ ਨੂੰ ਵੀ ਤੰਦਰੁਸਤ ਰੱਖਣਾ ਵੀ ਇੱਕ ਵੱਡੀ चेतावनी है। देखो, बैलेंस डाइट में होता है कि हर हमारे खाने में हर तरह का फूड ग्रुप आता है एंड इन रिक्वायर्ड क्वांटिटी में होना चाहिए। तो अगर हम बैलेंस डाइट खाते हैं तो नेचुरली हम अपने आप को जो आजकल लाइफस्टाइल डिजीज़ या क्रोनिक डिजीज़ हैं उनसे बचा के रखते हैं। अगर हमारे खाने में शुगर की मात्रा या शुगर स्वीटन बेवरेजेस जैसे कोक्स है या जूसेस है उनकी मात्रा ज़्यादा होएगी तो हमें डायबिटीज़ होने का डर रहेगा।
अगर हमारे खाने में तली हुई चीज़ें ज़्यादा है, फैटी फूड ज़्यादा हैं, तो नेचुरली हार्ट डिजीज़ होने का डर है। एंड अगर हम नमक की मात्रा ज़्यादा ले रहे हैं, चाहे वो फ्राइड फूड से आ रहा है, चाहे वो जंक फूड से आ रहा है, तो उससे बीपी रेज होने का डर है। सो ये सारी चीज़ें जो ज़्यादा घी, ज़्यादा नमक, ज़्यादा चीनी, इन चीज़ों से हमें अपने आप को बचाना है, सो दैट हमें आगे जाके शुगर की बीमारी, हार्ट की बीमारी या ब्लड प्रेशर की बीमारी ना हो सके। ਗਰਮੀਆਂ ਦੇ ਮੌਸਮ 'ਚ ਤਲੀਆਂ ਚੀਜ਼ਾਂ ਜਿਵੇਂ ਘਿਓ, ਤੇਲ ਤੋਂ ਲੋਕਾਂ ਨੂੰ ਪਰਹੇਜ਼ ਰੱਖਣਾ ਚਾਹੀਦਾ ਹੈ। ਗਰਮੀ ਦੇ ਮੌਸਮ 'ਚ ਇਹ ਚੀਜ਼ਾਂ ਸਿਹਤ ਲਈ ਨੁਕਸਾਨਦਾਇਕ ਸਾਬਤ ਹੋ ਸਕਦੀਆਂ ਹਨ। ਜੇਕਰ ਭੋਜਨ 'ਚ ਤਲੀਆਂ ਚੀਜ਼ਾਂ ਜ਼ਿਆਦਾ ਹੁੰਦੀਆਂ ਹਨ ਤਾਂ ਦਿਲ ਸੰਬੰਧੀ ਬਿਮਾਰੀਆਂ ਹੋ ਸਕਦੀਆਂ ਹਨ। ਜਗਬਾਣੀ ਟੀਵੀ ਲਈ ਚੰਡੀਗੜ੍ਹ ਤੋਂ ਭਗਵਤ ਸਿੰਘ ਦੀ ਰਿਪੋਰਟ। ਹੁਣ ਵਾਰੀ ਹੈ ਕਰੋਨਾ ਅਪਡੇਟ ਦੀ। ਚੰਡੀਗੜ੍ਹ ਤੇ ਮੋਹਾਲੀ ਦੇ ਵਿੱਚ ਗੁਜ਼ਰੇ 24 ਘੰਟਿਆਂ 'ਚ ਸਿਰਫ ਨਵੇਂ ਕੋਵਿਡ ਪੇਸ਼ੈਂਟ ਆਏ ਨੇ ਤੇ ਮੋਹਾਲੀ ਦੇ ਵਿੱਚ ਇੱਕ ਬੰਦਾ ਕੋਵਿਡ ਦੇ ਕਾਰਨ ਮੌਤ ਦੇ ਮੂੰਹ 'ਚ ਚਲਾ ਗਿਆ। ਤੇ ਹੁਣ ਮੌਸਮ, ਚੰਡੀਗੜ੍ਹ ਦੇ ਵਿੱਚ ਅੱਜ ਦਾ ਵੱਧ ਤੋਂ ਵੱਧ ਤਾਪਮਾਨ 40.5 ਡਿਗਰੀ ਸੈਂਸੀਅਸ ਤੇ ਘੱਟੋ ਘੱਟ ਤਾਪਮਾਨ 30.6 ਡਿਗਰੀ ਸੈਂਸੀਅਸ ਰਿਕਾਰਡ ਕੀਤਾ ਗਿਆ ਤੇ ਮੌਸਮ ਦੇ ਵਿੱਚ ਨਮੀ ਦੀ ਮਾਤਰਾ 49% ਰਹੀ। मौसम विभाग कह चुका है कि 11 जुलाई तक हजे गर्मी तो राहत नहीं मिलेगी, लेकिन उस तो पहला बूंदाबांदी तो बाद लोगों को गर्मी तो कुछ निजात जरूर मिलेगी। इस सन हुण तक दी खबरां, फिर हाजिर होवांगे कुछ होर खबरां ते जानकारियां लेके। तां तक दिओ इजाजत। सत श्री अकाल।